ਸਾਡੇ ਸੀਐਮ ਸਾਹਿਬ ਲੁਧਿਆਣੇ ਆਏ ਵਰਕਰ ਮਿਲਣੀ ਨਾਲ ਸਾਡੇ ਪੰਜਾਬ ਪ੍ਰਧਾਨ ਆਏ ਸੀਗੇ। ਪਹਿਲੀ ਗੱਲ ਤਾਂ ਵਰਕਰ ਮਿਲਣੀ ਦਾ ਮਤਲਬ ਕੀ ਹੁੰਦਾ? ਮਿਲਣੀ ਦਾ ਮਤਲਬ ਕੀ ਹੁੰਦਾ ਪੰਜਾਬੀ ਦੇ ਵਿੱਚ? ਮੈਂ ਇਹ ਪਹਿਲਾਂ ਪੁੱਛਣਾ ਚਾਹੁੰਦਾ, ਮਿਲਣੀ ਕਦੋਂ ਹੁੰਦੀ ਹੈ? ਜਦੋਂ ਆਪਾਂ ਵਿਆਹ ਦੇ ਵਿੱਚ ਰਿਬਨ ਕਟਾਈ ਤੋਂ ਪਹਿਲਾਂ ਮਿਲਣੀ ਹੁੰਦੀ, ਮਿਲਣੀ ਦੀ ਰਸਮ ਹੁੰਦੀ, ਚਾਚੇ ਦੀ ਚਾਚੇ ਨਾਲ, ਮਾਮੇ ਦੀ ਮਾਮੇ ਦੇ ਨਾਲ। ਇੱਥੇ ਤਾਂ ਵਰਕਰ ਮਿਲਣੀ ਹੋਈ ਨਹੀਂ। ਚਲੋ ਉਹਦੀ ਆਪਣੀ ਸੀਗੀ, ਉਹ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਕਾਮਯਾਬ ਹੋ ਗਿਆ, ਟਿਕਟ ਵੀ ਅਨਾਉਂਸ ਕਰਕੇ, ਪਰ ਵਰਕਰ ਮਿਲਣੀ ਕਿੱਥੇ ਹੋਈ? ਮੈਂ ਤਾਂ ਮਾਨਯੋਗ ਸਿੱਧੂ ਸਾਹਿਬ ਨੂੰ ਤੇ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਸੇ ਵਰਕਰ ਨਾਲ ਰੂਬਰੂ ਹੋ ਕੇ ਇੰਟਰੈਕਟ ਕੀਤਾ, ਕਿਸੇ ਨਾਲ ਉਹ ਗੱਲਬਾਤ ਕੀਤੀ, ਕਿਸੇ ਦੇ ਵਰਕਰ ਦਾ ਦਿਲ ਦਾ ਦਰਦ ਜਾਣਿਆ? ਇਹ ਤਾਂ ਕਾਂਗਰਸ ਦੇ ਦਾਅਵੇ ਤਾਂ ਵੱਡੇ ਵੱਡੇ ਨੇ ਕਿ ਅਸੀਂ ਆਹ ਕਰਤਾ, ਅਸੀਂ ਉਦੋਂ ਕਰਤਾ, ਬਟ ਜੇ ਸੜਕਾਂ ਦੇ ਹਾਲਾਤ ਆ ਜੋ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਜਿਹੜੇ ਕਾਫੀ ਹੈਬੋਲ ਦੀ ਤੁਹਾਨੂੰ ਜੇ ਗੱਲ ਕਰਾਂ, ਕੱਲ ਵੀ ਮੁੱਦਾ ਚੱਕਿਆ ਗਿਆ ਕੁਮਾਰ ਗੌਰਵ ਵੱਲੋਂ ਕਿ ਸੜਕਾਂ ਜਿਹੜੀਆਂ ਨੇ ਉੱਥੇ ਗੱਡੀਆਂ ਧੱਸ ਜਾਂਦੀਆਂ ਨੇ। ਇੱਦਾਂ ਦੇ ਕੰਮ ਕਿਉਂ ਹੋ ਰਹੇ ਨੇ? ਕਿਉਂ ਧਿਆਨ ਨਹੀਂ ਦਿੱਤਾ ਜਾ ਰਿਹਾ? ਜਨਤਾ ਦੀ ਕਿਉਂ ਇਸ ਤਰੀਕੇ ਦੇ ਨਾਲ ਜਿਹੜੇ ਨੇ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ? ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੈ। 1 ਕਰੋੜ ਰੁਪਏ ਦੇ ਵਿੱਚ ਬਿੱਟੂ ਜੀ ਪੈਂਦੇ ਨੇ, 1 ਮਹੀਨੇ ਦਾ 1 ਕਰੋੜ ਦਾ ਖਰਚਾ ਹੈ ਰਵਨੀਤ ਸਿੰਘ ਬਿੱਟੂ ਜੀ ਦਾ। ਸਾਡੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ 2014 ਤੋਂ ਲੁਧਿਆਣੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅੱਜ 2021 ਹੋ ਗਿਆ। ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ 2019 ਦੇ ਵਿੱਚ ਉਹਨਾਂ ਨੇ ਕਿਹਾ ਸੀ ਜੀ ਮੈਂ ਬੁੱਢੇ ਨਾਲੇ ਦਾ ਜਿਹੜਾ ਇਹ ਸਮੱਸਿਆ ਹੈ ਉਹਨੂੰ ਹੱਲ ਕਰਾਂਗਾ। ਅੱਜ 2 ਸਾਲ ਹੋ ਗਏ। ਮਾਨਯੋਗ ਰਵਨੀਤ ਸਿੰਘ ਬਿੱਟੂ ਜੀ 650 ਕਰੋੜ ਰੁਪਏ ਦਾ ਜਿਹੜਾ ਰੱਖਿਆ ਹੈ ਬਜਟ, ਉਹ ਹਜੇ ਤੱਕ ਰਵਨੀਤ ਸਿੰਘ ਬਿੱਟੂ ਜੀ ਨੇ ਕਿੰਨੀ ਕੁ ਵਾਰੀ ਲੁਧਿਆਣਾ ਜਿਹੜਾ ਬੁੱਢਾ ਨਾਲਾ ਉਹ ਵਿਜ਼ਿਟ ਕੀਤਾ? ਕਾਂਗਰਸ ਦੇ ਵਿੱਚ ਹੋਰ ਵੀ ਸੀਨੀਅਰ ਆਗੂ, ਹੋਰ ਵੀ ਵਰਕਰ ਨੇ, ਪਰ ਰਾਜੀਵ ਗੁਗਲਾਨੀ ਹੀ ਕਿਉਂ ਮੁੱਦਾ ਚੱਕਦਾ? जनहितैषी टीआरपी नहीं खरीदते, भरोसा जीतते हैं हम। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਨਹਿਤੈਸ਼ੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਕਿਤ ਵਰਮਾ ਸਵਾਗਤ ਕਰਦਾ। ਦੱਸ ਦਈਏ ਕਿ ਬੀਤੇ 2 ਦਿਨ ਪਹਿਲਾਂ ਜਿਹੜੇ ਚਰਨਜੀਤ ਸਿੰਘ ਚੰਨੀ ਸੀਐਮ ਆਫ ਪੰਜਾਬ ਜਿਹੜੇ ਨੇ ਉਹ ਲੁਧਿਆਣਾ ਵਿਖੇ ਪਹੁੰਚੇ ਸੀਗੇ ਅਤੇ ਦੱਸ ਦਈਏ ਕਿ ਵਿਸ਼ੇਸ਼ ਤੌਰ ਤੇ ਉਹਨਾਂ ਨੇ ਵਰਕਰ ਮਿਲਣੀ ਰੱਖੀ ਸੀਗੀ। ਵਰਕਰ ਮਿਲਣੀ ਯਾਨੀ ਕਿ ਵਰਕਰਸ ਜਿਹੜੇ ਜਿੰਨੇ ਵੀ ਕਾਂਗਰਸ ਦੇ ਵਰਕਰ ਨੇ ਉਹਨਾਂ ਨੂੰ ਆ ਕੇ ਉੱਥੇ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਉਹਨਾਂ ਦੇ ਜਿੰਨੇ ਵੀ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਦੇ ਹੱਲ ਕਰਨੇ। ਪਰ ਕਈ ਵਰਕਰਾਂ ਦਾ ਕਹਿਣਾ ਇਹ ਹੈ ਕਿ ਕਿਸੇ ਨਾ ਕਿਤੇ ਜਿਹੜੇ ਸਾਨੂੰ ਚਰਨਜੀਤ ਸਿੰਘ ਚੰਨੀ ਸੀਐਮ ਆਫ ਪੰਜਾਬ ਵਰਕਰ ਮਿਲਣੀ ਦੇ ਤਾਂ ਆਏ ਨੇ, ਪਰ ਜਿਹੜੇ ਵਰਕਰਾਂ ਨੂੰ ਨਹੀਂ ਮਿਲਿਆ ਗਿਆ ਤੇ ਨਾ ਉਹਨਾਂ ਦੀ ਕੋਈ ਗੱਲ ਸੁਣੀ ਗਈ ਹੈ। ਸੋ ਇਸੇ ਟੌਪਿਕ ਤੇ ਅੱਜ ਗੱਲਬਾਤ ਕਰਨ ਆਏ ਆ ਲੁਧਿਆਣਾ ਦੇ ਸੀਨੀਅਰ ਆਗੂ ਜਿਹੜੇ ਨੇ ਰਾਜੀਵ ਗੁਗਲਾਨੀ। ਉਹਨਾਂ ਨਾਲ ਗੱਲਬਾਤ ਕਰਦੇ ਆ। ਕਾਂਗਰਸ ਦੇ 20 ਸਾਲ ਪੁਰਾਣੇ ਜਿਹੜੇ ਲੀਡਰ ਨੇ, ਸੋ ਜਾਣਦੇ ਆ ਉਹਨਾਂ ਤੋਂ ਕਿੱਦਾਂ ਦੀ ਉਹਨਾਂ ਦੀ ਵਰਕਰ ਮਿਲਣੀ ਰਹੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਬਹੁਤ-ਬਹੁਤ ਧੰਨਵਾਦ। ਮੈਂ ਜਨਹਿਤੈਸ਼ੀ ਦਾ ਧੰਨਵਾਦ ਕਰਦਾ ਕਿ ਤੁਸੀਂ ਨਿਮਾਣੇ ਜਿਹੇ ਵਰਕਰ ਨੂੰ ਹਰ ਵਾਰੀ ਆਪਣੀ ਮਨ ਦੀ ਗੱਲ ਰੱਖਣ ਦਾ ਮੌਕਾ ਦਿੰਦੇ ਹੋ ਔਰ ਬਹੁਤ ਵਧੀਆ ਪਲੇਟਫਾਰਮ ਹੈ। ਦੂਜੇ ਪਾਸੇ ਤੁਹਾਡੇ ਸਰੋਤਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਕਿ ਜਿਹੜੇ ਮੈਨੂੰ ਬਾਰ-ਬਾਰ ਸੁਣਦੇ ਨੇ ਜੀ। ਕਿਤੇ ਨਾ ਕਿਤੇ ਜੇ ਗੱਲ ਕਰੀਏ, ਸਭ ਤੋਂ ਪਹਿਲਾ ਕੁਐਸਚਨ ਮੇਰਾ ਇਹੀ ਹੋਊਗਾ ਕਿ ਵਰਕਰ ਮਿਲਣੀ ਲੁਧਿਆਣਾ ਦੇ ਵਿੱਚ ਵਰਕਰ ਮਿਲਣੀ ਹੋਈ ਹੈ। ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਜਿਹੜੇ ਨੇ ਆਏ ਸੀਗੇ, ਵਰਕਰ ਮਿਲਣੀ ਹੋਈ ਹੈ। ਕਿੱਦਾਂ ਦੀ ਵਰਕਰ ਮਿਲਣੀ ਹੋਈ ਹੈ? ਦੇਖੋ, ਸਾਡੇ ਸੀਐਮ ਸਾਹਿਬ ਲੁਧਿਆਣੇ ਆਏ ਵਰਕਰ ਮਿਲਣੀ ਨਾਲ ਸਾਡੇ ਪੰਜਾਬ ਪ੍ਰਧਾਨ ਆਏ ਸੀਗੇ। ਪਹਿਲੀ ਗੱਲ ਤਾਂ ਵਰਕਰ ਮਿਲਣੀ ਦਾ ਮਤਲਬ ਕੀ ਹੁੰਦਾ? ਮਿਲਣੀ ਦਾ ਮਤਲਬ ਕੀ ਹੁੰਦਾ ਪੰਜਾਬੀ ਦੇ ਵਿੱਚ? ਮੈਂ ਇਹ ਪਹਿਲਾਂ ਪੁੱਛਣਾ ਚਾਹੁੰਦਾ, ਮਿਲਣੀ ਕਦੋਂ ਹੁੰਦੀ? ਜਦੋਂ ਆਪਾਂ ਵਿਆਹ ਦੇ ਵਿੱਚ ਰਿਬਨ ਕਟਾਈ ਤੋਂ ਪਹਿਲਾਂ ਮਿਲਣੀ ਹੁੰਦੀ, ਮਿਲਣੀ ਦੀ ਰਸਮ ਹੁੰਦੀ, ਚਾਚੇ ਦੀ ਚਾਚੇ ਨਾਲ, ਮਾਮੇ ਦੀ ਮਾਮੇ ਦੇ ਨਾਲ। ਇੱਥੇ ਤਾਂ ਵਰਕਰ ਮਿਲਣੀ ਹੋਈ ਨਹੀਂ। ਇੱਥੇ ਤਾਂ ਸਾਡੇ ਲੀਡਰ ਨੂੰ ਸਾਨੂੰ ਮਿਲਣ ਹੀ ਨਹੀਂ ਦਿੱਤਾ ਗਿਆ ਜੀ, ਸਾਨੂੰ ਉਹਦੇ ਰੂਬਰੂ ਹੀ ਨਹੀਂ ਹੋਣ ਦਿੱਤਾ ਗਿਆ। ਕਈ ਬੰਦੇ ਉੱਥੇ ਮੈਂ ਵਰਕਰ ਦੇਖੇ ਜਿਹੜੇ ਬੁੱਕੇ ਲੈ ਕੇ ਆਏ ਸੀ, ਤੇ ਕਾਹਦੀ ਵਰਕਰ ਮਿਲਣੀ ਸੀ ਜੀ? ਇਹ ਤਾਂ ਸਿਰਫ ਇੱਕ ਸ਼ਕਤੀ ਪ੍ਰਦਰਸ਼ਨ ਸੀ ਕਵਲਜੀਤ ਕੜਵਲ ਵੱਲੋਂ ਆਪਣੀ ਟਿਕਟ ਪੱਕੀ ਕਰਨ ਦਾ। ਉਹਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ, ਉਹਨੇ ਦਿਖਾਇਆ ਸੀ ਇਕੱਠ ਕਿ ਮੈਂ ਕਿੰਨਾ ਇਕੱਠ ਕਰ ਸਕਦਾ। ਚਲੋ ਉਹਦੀ ਆਪਣੀ ਸੀਗੀ, ਉਹ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਕਾਮਯਾਬ ਹੋ ਗਿਆ, ਟਿਕਟ ਵੀ ਅਨਾਉਂਸ ਕਰਕੇ, ਪਰ ਵਰਕਰ ਮਿਲਣੀ ਕਿੱਥੇ ਹੋਈ? ਮੈਂ ਤਾਂ ਮਾਨਯੋਗ ਸਿੱਧੂ ਸਾਹਿਬ ਨੂੰ ਤੇ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਸੇ ਵਰਕਰ ਨਾਲ ਰੂਬਰੂ ਹੋ ਕੇ ਇੰਟਰੈਕਟ ਕੀਤਾ, ਕਿਸੇ ਨਾਲ ਉਹ ਗੱਲਬਾਤ ਕੀਤੀ, ਕਿਸੇ ਦੇ ਵਰਕਰ ਦਾ ਦਿਲ ਦਾ ਦਰਦ ਜਾਣਿਆ? ਤੁਸੀਂ ਕਿਸੇ ਨਾਲ ਗੱਲਬਾਤ ਕੀਤੀ? ਇਹ ਕੀ ਹੋਇਆ? ਸਿਰਫ ਆਪਣੇ ਹੀ ਸਟੇਜ ਤੋਂ ਤੁਸੀਂ ਉਹੀ ਪੁਰਾਣਾ ਭਾਸ਼ਣ ਦਿੱਤਾ, ਰੋਟੀ ਖਾਧੀ, ਉਸ ਤੋਂ ਬਾਅਦ ਆਪਾਂ ਆਪਣੀ ਗੱਡੀਆਂ 'ਚ ਬੈਠੇ ਤੇ ਚਲੇ ਗਏ। ਵਰਕਰਾਂ ਦੇ ਜਿਹੜੇ ਬੁੱਕੇ ਲਿਆਂਦੇ ਹੋਏ ਸੀ ਉਹ ਤਾਂ ਮੁਰਝਾ ਗਏ,
ਉਹ ਉਹਨਾਂ ਤੱਕ ਪਹੁੰਚ ਹੀ ਨਹੀਂ ਪਾਏ। ਮੈਂ ਤਾਂ ਕੋਈ ਬੁਕੇ ਲੈ ਕੇ ਨਹੀਂ ਗਿਆ ਸੀ, ਦੂਜੇ ਪਾਸੇ ਨਾ ਮੈਂ ਸੈਲਫੀ ਕਰਾਉਣ ਗਿਆ ਸੀ, ਮੈਂ ਤਾਂ ਗੱਲ ਮੁੱਦੇ ਦੀ ਕਰਨ ਗਿਆ ਸੀ, ਪਰ ਮੈਨੂੰ ਉਹਨਾਂ ਤੱਕ ਪਹੁੰਚਣ ਦਾ ਮੌਕਾ ਮਿਲ ਗਿਆ। ਪਰ ਉਸ ਤੋਂ ਬਾਅਦ ਸੀਐਮ ਸਿਕਿਉਰਿਟੀ ਕਰਕੇ ਮੈਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਿਆ। ਪਰ ਇਹ ਵਰਕਰ ਮਿਲਣੀ ਨਹੀਂ ਸੀ, ਇਹ ਸਿਰਫ ਇੱਕ ਰਸਮੀ ਸੀ। ਵਰਕਰ ਮਿਲਣੀ ਹੋਰ ਹੁੰਦੀ ਹੈ। ਕਿਤੇ ਨਾ ਕਿਤੇ ਜੇ ਗੱਲ ਕਰੀਏ ਇੱਕ ਵਰਕਰ ਮਿਲਣੀ, ਤੁਹਾਨੂੰ ਇਨਵਾਈਟ ਵਰਕਰ ਮਿਲਣੀ ਦਾ ਆਇਆ ਸੀਗਾ ਕਿ ਜਿਹੜੇ ਨੇ ਕਾਂਗਰਸ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਮਿਲ ਕੇ ਗੱਲਬਾਤ ਕਰਾਂਗੇ, ਉਹਨਾਂ ਦੀ ਸਮੱਸਿਆਵਾਂ ਜਾਵਾਂਗੇ, ਕਿਉਂਕਿ ਤੁਸੀਂ ਉੱਥੇ ਗਏ ਹੋ, ਤੁਹਾਡੀਆਂ ਸਮੱਸਿਆ ਨਹੀਂ ਜਾਣੀਆਂ ਹੈਗੀਆਂ। ਦੇਖੋ ਜੀ, ਵਰਕਰ ਮਿਲਣੀ ਦਾ ਸਾਨੂੰ ਇਨਵੀਟੇਸ਼ਨ ਜ਼ਰੂਰ ਆਇਆ, ਜ਼ਿਲ੍ਹਾ ਕਾਂਗਰਸ ਵੱਲੋਂ ਆਇਆ। ਸਾਡੇ ਜਿਹੜੇ ਲੀਡਰ ਆ ਨਾ, ਉਹਨਾਂ ਨੇ ਵਰਕਰ ਮਿਲਣੀ ਹੋਣ ਹੀ ਨਹੀਂ ਦਿੱਤੀ। ਕਿਉਂ ਨਹੀਂ ਹੋਣ ਦਿੱਤੀ? ਕਿਉਂਕਿ ਪੌਣੇ 5 ਸਾਲ ਤੋਂ ਜਿਹੜਾ ਸਾਡਾ ਵਰਕਰ ਭਰਾ ਹੈ, ਜਿਹੜਾ ਲੁਧਿਆਣੇ ਦਾ ਵਰਕਰ, ਉਹ ਕਲਪਿਆ ਪਿਆ, ਸਤਿਆ ਪਿਆ। ਸਾਡੇ ਲੀਡਰਾਂ ਨੂੰ ਪਤਾ ਸੀ ਕਿ ਜੇ ਵਰਕਰਾਂ ਨੂੰ ਅਸੀਂ ਨੇੜੇ ਆਉਣ ਦਿੱਤਾ ਤੇ ਉਹਨਾਂ ਨੇ ਸਾਡੇ ਭੇਦ ਖੋਲ੍ਹ ਦੇਣੇ ਆ, ਉਹਨਾਂ ਨੇ ਸਾਰੇ ਰਾਜ ਖੋਲ੍ਹ ਦੇਣੇ ਆ ਕਿ ਅਸੀਂ ਵਰਕਰਾਂ ਨਾਲ ਕਿੱਦਾਂ ਦਾ ਵਤੀਰਾ ਕੀਤਾ ਪੌਣੇ 5 ਸਾਲ 'ਚ। ਇਸੇ ਕਰਕੇ ਉਹਨਾਂ ਨੇ ਸਾਡੇ ਵਰਗੇ ਵਰਕਰਾਂ ਨੂੰ, ਜੇ ਕਿਤੇ ਮੈਨੂੰ ਮੌਕਾ ਮਿਲਦਾ, ਮੈਂ ਪੂਰੀ ਤਿਆਰੀ 'ਚ ਗਿਆ ਸੀ ਵੀ ਮੇਰੇ ਤੱਕ ਜੇ ਮਾਈਕ ਆਉਂਦਾ, ਕਿਉਂਕਿ 2017 ਦੇ ਵਿੱਚ ਨਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਵਰਕਰ ਮਿਲਣੀ ਕੀਤੀ ਸੀ ਵੈਲਕਮ ਪੈਲੇਸ ਦੇ ਵਿੱਚ। ਉਦੋਂ ਮਾਈਕ ਦੇ ਥਰੂ ਪਬਲਿਕ 'ਚ ਮਾਈਕ ਜਾਂਦਾ ਸੀ, ਉਹ ਕੁਐਸਚਨਾਂ ਦੇ ਜਵਾਬ ਦਿੰਦੇ ਸੀ। ਉਦੋਂ ਕੈਪਟਨ ਸਾਹਿਬ ਨੇ ਇਹ ਵਾਅਦਾ ਕੀਤਾ ਸੀ ਕਿ ਮੈਂ ਸਰਕਾਰ ਬਣਨ ਤੋਂ ਬਾਅਦ ਵਰਕਰਾਂ ਦਾ ਧਿਆਨ ਰੱਖੂੰਗਾ। ਵਰਕਰ ਰੀੜ ਦੀ ਹੱਡੀ ਹੁੰਦੀ ਹੈ ਜੀ, ਉਹਨਾਂ ਨੂੰ ਅਸੀਂ ਚੇਅਰਮੈਨ ਲਾਵਾਂਗੇ। ਉਹੀ ਰਟਾਇਆ ਭਾਸ਼ਣ ਇਹੀ ਹੁਣ ਇਹ ਕਰ ਗਏ ਨੇ। ਕੋਈ ਵਰਕਰ ਨੂੰ ਪੁੱਛਦਾ ਨਹੀਂ ਹੈ ਜੀ। ਸਿਰਫ ਸਰਕਾਰ ਬਣਾਉਣ ਵੇਲੇ ਪੌਣੇ 5 ਸਾਲਾਂ ਬਾਅਦ ਵਰਕਰ ਕਰਨ ਲੱਗ ਜਾਂਦੇ ਆ। ਵਰਕਰ ਰੀੜ ਦੀ ਹੱਡੀ ਹੈ, ਕੋਈ ਵਰਕਰ ਨੂੰ ਪੁੱਛਦਾ ਨਹੀਂ। ਸਾਡੀ ਜੇ ਇੰਟਰੈਕਸ਼ਨ ਹੁੰਦੀ, ਚੰਨੀ ਸਾਹਿਬ ਸਾਡੇ ਸਵਾਲਾਂ ਦੇ ਜਵਾਬ ਦਿੰਦੇ, ਸਿੱਧੂ ਸਾਹਿਬ ਦਿੰਦੇ, ਫਿਰ ਅਸੀਂ ਵਰਕਰ ਮਿਲਣੀ ਮੰਨਦੇ ਉਹਨੂੰ ਜੀ। ਕਿਤੇ ਨਾ ਕਿਤੇ ਜੇ ਗੱਲ ਕਰੀਏ ਸੀਐਮ ਚਰਨਜੀਤ ਸਿੰਘ ਚੰਨੀ ਦੇ ਕੱਲ ਉਸ ਦਿਨ ਐਲਾਨ ਵੀ ਕਰਕੇ ਗਏ ਨੇ ਕਿ ਜਿਹੜੀ ਆ ਮੈਂ ਕੇਬਲ ਜਿਹੜੀ 100 ਰੁਪਏ ਕਰ ਦਿੱਤੀ ਹੈ। ਸੋ ਹੋਰ ਵੀ ਕਾਫੀ ਜਿਹੜੇ ਉਹਨਾਂ ਨੇ ਐਲਾਨ ਕੀਤੇ ਨੇ, ਕਿ ਉਹ ਐਲਾਨ ਦੇ ਉੱਤੇ ਅਮਲ ਹੋ ਰਿਹਾ ਵਾ। ਦੇਖੋ ਜੀ, ਜਿਹੜਾ 100 ਰੁਪਇਆ ਉਹਨਾਂ ਨੇ ਕੇਬਲ ਦੀ ਅਨਾਉਂਸਮੈਂਟ ਉਦੋਂ ਕੀਤੀ ਹੈ, ਮੈਂ ਤਾਂ ਉਦੋਂ ਹੀ ਉਹਦਾ ਕਨਕਲੂਜਨ ਕੱਢਤਾ ਸੀ ਉੱਥੇ ਬੈਠੇ ਹੀ ਕਿ 100 ਰੁਪਏ ਕੇਬਲ ਵਾਲਾ ਰੇਟ ਕਿਸੇ ਵੀ ਲੈਵਲ ਤੇ ਨਹੀਂ ਆ ਸਕਦਾ। ਦੇਖੋ ਚਰਨਜੀਤ ਚੰਨੀ ਜੀ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਸਾਡੇ ਸੀਐਮ ਨੇ ਕਾਂਗਰਸ ਪਾਰਟੀ ਦੇ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੂੰਗਾ ਵੀ ਚੰਨੀ ਸਾਹਿਬ, ਜਿਹੜਾ ਵੀ ਤੁਸੀਂ ਅਨਾਉਂਸਮੈਂਟ ਕਰਦੇ ਹੋ ਉਹ ਇੰਪਲੀਮੈਂਟ ਹੋ ਰਿਹਾ, ਉਹ ਪਬਲਿਕ ਦੇ ਵਿੱਚ ਜਾ ਰਿਹਾ, ਉਹਦੀ ਨੋਟੀਫਿਕੇਸ਼ਨ ਲਾਗੂ ਹੋ ਰਹੀ ਹੈ, ਉਹ ਤੁਸੀਂ ਚੈੱਕ ਕਰੋ। ਖਾਲੀ ਆਪਾਂ ਉੱਥੇ ਕਹਿਤਾ ਕਿ 100 ਰੁਪਏ ਕੇਬਲ ਹੋ ਜੂਗੀ, ਕਿੱਦਾਂ ਹੋ ਜੂਗੀ? ਪੇਡ ਚੈਨਲ ਹੈ ਜੀ, ਸਟਾਰ, GTV, ਸਟਾਰ ਸਪੋਰਟਸ, ਕਲਰਸ, ਇਹ ਇੰਨੇ ਮਹਿੰਗੇ ਚੈਨਲ ਹੈ। ਇਹ ਕਿੱਦਾਂ ਤੁਸੀਂ 100 ਰੁਪਏ ਨੂੰ ਕਿੱਦਾਂ ਕਰ ਦਿਓਗੇ? ਠੀਕ ਹੈ, ਤੁਸੀਂ ਕੇਬਲ ਮਾਫੀਆ ਤੇ ਨੱਥ ਪਾਓ, ਸਾਰਿਆਂ ਦੇ ਪਾਓ। ਤੁਸੀਂ ਰੇਤ ਮਾਫੀਆ ਦੀ ਵੀ ਅਨਾਉਂਸਮੈਂਟ ਕੀਤੀ, ਪਰ ਰੇਤ ਵੀ ਹਜੇ ਕੋਈ 5.5 ਰੁਪਏ ਪਹੁੰਚ ਨਹੀਂ ਰਹੀ, ਗਾਹਕ ਤੱਕ ਨਹੀਂ ਪਹੁੰਚ ਰਹੀ। ਇਹ ਕਿਉਂਕਿ ਮੈਂ ਹੁਣ ਕੰਸਟਰਕਸ਼ਨ ਲਾਈਨ ਦੇ ਵਿੱਚ ਹੈ, ਪ੍ਰਾਪਰਟੀ ਲਾਈਨ ਦੇ ਵਿੱਚ ਹੈ, ਹੁਣ ਮੈਂ ਗਰਾਊਂਡ ਲੈਵਲ ਤੇ ਚੈੱਕ ਕੀਤਾ, ਉਹ ਨਹੀਂ ਹੋ ਰਿਹਾ। ਫਿਰ ਕਿੱਦਾਂ? ਮਤਲਬ ਆਪਾਂ ਸਿਰਫ ਜਿਹੜੀ ਹੁਣ ਦੂਜੀ ਬਿਜਲੀ ਸਸਤੀ ਦੀ ਗੱਲ ਹੈ, ਉਹ ਵੀ ਹਜੇ ਤੱਕ ਨੋਟੀਫਿਕੇਸ਼ਨ ਮੇਰੇ ਤੱਕ, ਜਿੱਥੇ ਤੱਕ ਮੇਰੀ ਜਾਣਕਾਰੀ ਹੈ, ਉਹ ਹਜੇ ਤੱਕ ਪਹੁੰਚੀ ਨਹੀਂ, ਸਿਰਫ ਅਨਾਉਂਸਮੈਂਟ ਹੋ ਰਹੀ ਹੈ। ਤਾਂ ਮਾਨਯੋਗ ਚੰਨੀ ਸਾਹਿਬ ਨੂੰ ਇਹੀ ਕਹੂੰਗਾ ਵੀ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਮੌਕਾ ਜੇ 5-6 ਮਹੀਨੇ ਪਹਿਲਾਂ ਜਾਂ ਸਾਲ ਦਿੱਤਾ ਜਾਂਦਾ ਤੇ ਕਾਂਗਰਸ ਦਾ ਗ੍ਰਾਫ ਹੋਰ ਉੱਚਾ ਹੋ ਜਾਣਾ ਸੀ, ਵਧੀਆ ਹੋ ਜਾਣਾ ਸੀ। ਪਰ ਇਹ ਸਾਰੀਆਂ ਚੀਜ਼ਾਂ ਚੰਨੀ ਸਾਹਿਬ ਨੂੰ ਚੈੱਕ ਕਰਨੀਆਂ ਚਾਹੀਦੀਆਂ ਵੀ ਇੰਪਲੀਮੈਂਟ ਹੋ ਰਿਹਾ ਜਾਂ ਨਹੀਂ। ਕੱਲ ਮੈਂ ਤੁਹਾਡੇ ਚੈਨਲ ਤੇ ਵੀਡੀਓ ਦੇਖੀ, ਉਹ ਕੋਈ ਕੇਬਲ ਆਪਰੇਟਰ ਬੋਲ ਰਿਹਾ ਸੀ, ਮੇਰਾ ਦੋਸਤ ਹੀ ਹੈ, ਉਹ ਬਿਲਕੁਲ ਸਹੀ ਕਹਿ ਰਿਹਾ ਕਿ 130 ਰੁਪਏ ਸਰਕਾਰੀ ਰੇਟ ਹੈ, ਉਸ ਦੇ ਉੱਪਰ 18% GST ਹੈ। ਤੇ ਜੇ 130 ਦੇ ਉੱਪਰ 18 ਰੁਪਏ GST ਲਾਈਏ ਤੇ ਲਗਭਗ 150 ਰੁਪਏ ਦੇ ਨੇੜੇ ਤੇੜੇ ਉਹ ਆ ਗਿਆ ਰੇਟ। ਤੇ ਤੁਸੀਂ ਇਹ ਦੱਸੋ ਵੀ 150 ਰੁਪਏ ਤਾਂ ਸਰਕਾਰੀ ਰੇਟ ਹੈ, ਤੇ ਮਾਨਯੋਗ ਚੰਨੀ ਸਾਹਿਬ 100 ਰੁਪਏ ਕਿੱਦਾਂ ਕਰਨਗੇ? ਆਪਣੀ ਜੇਬ ਚੋਂ ਭਰਨਗੇ ਕਿ ਆਪਣੀ ਜੇਬ ਚੋਂ ਸਾਰਿਆਂ ਨੂੰ ਉਹ ਕਰਨਗੇ? ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਇੰਪਲੀਮੈਂਟ ਹੋਣਾ। ਕੇਬਲ ਵਾਲਾ ਰੇਟ ਮੇਰੇ ਜਿੱਥੇ ਤੱਕ ਕੈਲਕੂਲੇਸ਼ਨ ਹੋ ਸਕਦਾ ਕਿ ਜਿਹੜਾ ਰੇਟ ਅੱਜ 340, 330 ਜਾਂ 350 ਆ, ਉਹ ਘੱਟ ਤੋਂ ਘੱਟ 250 ਤੱਕ ਤਾਂ ਆ ਸਕਦਾ ਹੈ ਜੇ ਬਹੁਤ ਜ਼ਿਆਦਾ ਸਖਤੀ ਕੀਤੀ ਜਾਵੇ। ਪਰ 100 ਰੁਪਏ ਵਾਲਾ ਕਿਸੇ ਵੀ ਪੋਸੀਬਿਲਿਟੀ ਨਹੀਂ ਨਜ਼ਰ ਆਉਂਦੀ। ਕਿਤੇ ਨਾ ਕਿਤੇ ਗੱਲ ਕਰੀਏ ਤਾਂ ਕਾਂਗਰਸ ਦੇ ਦਾਅਵੇ ਤਾਂ ਵੱਡੇ ਨੇ ਕਿ ਅਸੀਂ ਆਹ ਕਰਤਾ ਸੀ, ਉਦੋਂ ਕਰਤਾ, ਬਟ ਜੇ ਸੜਕਾਂ ਦੇ ਹਾਲਾਤ ਆ ਜੋ ਇਸ ਵੇਲੇ ਲੁਧਿਆਣਾ ਸ਼ਹਿਰ ਦੇ ਜਿਹੜੇ ਕਾਫੀ ਹੈਬੋਵਾਲ ਦੀ ਤੁਹਾਨੂੰ ਜੇ ਗੱਲ ਕਰਾਂ, ਕੱਲ ਵੀ ਮੁੱਦਾ ਚੱਕਿਆ ਗਿਆ ਕੁਮਾਰ ਗੌਰਵ ਵੱਲੋਂ ਕਿ ਸੜਕਾਂ ਜਿਹੜੀਆਂ ਨੇ ਉੱਤੇ ਗੱਡੀਆਂ ਧੱਸ ਜਾਂਦੀਆਂ ਨੇ। ਇਦਾਂ ਦੇ ਕੰਮ ਕਿਉਂ ਹੋ ਰਹੇ ਨੇ? ਕਿਉਂ ਧਿਆਨ ਨਹੀਂ ਦਿੱਤਾ ਜਾ ਰਿਹਾ ਜਨਤਾ ਦੀ? ਕਿਉਂ ਇਸ ਤਰੀਕੇ ਦੇ ਨਾਲ ਜਿਹੜੇ ਨੇ ਜਨਤਾ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ? ਦੇਖੋ, ਉਹਦੇ ਪਿੱਛੇ ਜਿਹੜੀ ਹੈਬੋਵਾਲ ਇਨਸੀਡੈਂਟ ਹੋਇਆ ਜਾਂ ਦੀਪਨਗਰ ਹੋਇਆ, ਮੈਂ ਪਹਿਲਾਂ ਹੈਬੋਵਾਲ ਦੀ ਗੱਲ ਕਰਦਾ। ਇਹ ਸਾਰੇ ਰਲੀ ਮਿਲੀ ਕਰਪਸ਼ਨ ਤੇ ਕਮਿਸ਼ਨਾਂ ਦਾ ਚੱਕਰ ਹੈ, ਕਿਉਂਕਿ ਹਰ ਇੱਕ ਚੀਜ਼ ਜਦੋਂ ਟੈਂਡਰ ਲੱਗਦਾ ਹੈ, ਟੈਂਡਰ ਲੱਗਣ ਤੋਂ ਤੇ ਬਿੱਲ ਬਣਨ ਤੱਕ ਉਹਦੇ ਵਿੱਚ ਸਾਰੇ ਇਨਵੋਲਵ ਹੈ। ਉਹ ਜਿਹੜੀ ਉਹ ਕਰਪਸ਼ਨ ਹੈ, ਜਿਹੜੀ ਕਮਿਸ਼ਨ ਦਾ ਚੱਕਰ ਹੈ, ਉਹ ਸਾਰਾ ਜਿਹੜੀ ਹੈ ਉਹ ਕੁਆਲਿਟੀ ਜਿਹੜੀ ਹੈ ਉਹ ਸੜਕ ਦੇ ਉੱਪਰ ਆ ਕੇ ਪੈਂਦੀ ਹੈ। ਉਹ ਕੁਆਲਿਟੀ ਜਦੋਂ ਸੜਕ ਦੇ ਉੱਪਰ ਆ ਕੇ ਪੈਂਦੀ ਹੈ ਤੇ ਸੜਕ ਦਾ ਜਿਹੜਾ ਮਟੀਰੀਅਲ ਹੈ ਉਹ ਇਸੇ ਕਰਕੇ ਮਾੜਾ ਲੱਗਦਾ ਤੇ ਉਹ ਇਸੇ ਕਰਕੇ ਉੱਥੋਂ ਦੀਆਂ ਉਹ ਇਦਾਂ ਦੀਆਂ ਪ੍ਰੋਬਲਮਾਂ ਆਉਂਦੀਆਂ, ਸੜਕਾਂ ਧੱਸਦੀਆਂ ਨੇ। ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਪਿੱਛੇ ਜੇ ਆਏ ਸੀਗੇ ਤੇ ਕਹਿੰਦੇ ਸੀ ਮੇਰੇ ਤੇ ਪਰਚਾ ਦਰਜ ਕਰ ਦਿਓ ਮਾਨਯੋਗ ਕਮਿਸ਼ਨਰ ਸਾਹਿਬ ਨੂੰ। ਕਿਉਂ ਕਰ ਦਿਓ ਪਰਚਾ ਦਰਜ? ਦੇਖੋ, ਹੁਣ ਉਹਨਾਂ ਨੂੰ ਪਤਾ ਹੋਏਗਾ, ਉਹਨੂੰ ਸਮਾਰਟ ਸਿਟੀ ਦੇ ਵਿੱਚ ਆਪਣੇ ਆਪ ਨੂੰ ਉਹ ਕਹਿੰਦੇ ਜੀ ਮੇਰੇ ਤੇ ਪਰਚਾ ਕਰ ਦਿਓ।
ਪਰ ਮੈਂ ਤਾਂ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਐਲਾਨ ਕੀਤਾ। ਸਾਡੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ, ਮੈਂ ਕਹਿਣਾ ਨਹੀਂ ਚਾਹੁੰਦਾ, ਮੇਰੇ ਬੜੇ ਸਤਿਕਾਰਯੋਗ ਵੱਡੇ ਭਰਾ ਨੇ। ਪੰਜਾਬ ਕਾਂਗਰਸ ਦੇ ਵਿੱਚ ਰਵਨੀਤ ਸਿੰਘ ਬਿੱਟੂ ਜੀ ਲੀਡਰ ਘੱਟ ਤੇ ਐਕਟਰ ਜ਼ਿਆਦਾ ਨਹੀਂ। ਉਹ ਮਹੀਨੇ ਕੁ ਬਾਅਦ ਲੁਧਿਆਣੇ 'ਚ ਗੇੜਾ ਕੱਢਦੇ ਨੇ, ਸਿਰਫ ਭੋਗਾਂ ਤੇ ਜਾਂਦੇ ਨੇ ਤੇ ਜਾਂ ਓਪਨਿੰਗਾਂ ਤੇ ਜਾਂਦੇ ਨੇ। ਮਹੀਨੇ ਕੁ ਬਾਅਦ ਆਉਂਦੇ ਨੇ, 25-30 ਉਹਨਾਂ ਕੋਲ ਕੁੜਤੇ ਪਜਾਮੇ ਹੈਗੇ ਨੇ ਤੇ ਵਧੀਆ ਪੱਗਾਂ ਬੰਨ੍ਹਦੇ ਨੇ। ਬਸ ਉਹ ਦੇਖ ਲੈਂਦੇ ਨੇ ਵੀ 2-4 ਭੋਗਾਂ ਤੇ ਜਾ ਆਇਆ ਤੇ 2-4 ਜਿਹੜੇ ਇਦਾਂ ਦੇ ਕੋਈ ਜਿੱਥੇ ਕੋਈ ਪ੍ਰੋਗਰਾਮ ਮਤਲਬ ਕੋਈ ਡਿਵੈਲਪਮੈਂਟ ਹੋ ਰਹੀ ਹੋਊਗੀ ਉੱਥੇ 2-4 ਫੋਟੋਆਂ ਕਰਾ ਲਈਆਂ। ਜਿਵੇਂ ਕੋਈ ਬੰਦਾ ਹਿਲ ਸਟੇਸ਼ਨ ਤੇ ਜਾ ਕੇ ਫੋਟੋਆਂ ਨਹੀਂ ਕਰਾਉਂਦਾ, ਤਾਂ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਮਹੀਨੇ ਕੁ ਬਾਅਦ ਆਉਂਦੇ ਨੇ, ਫੋਟੋਆਂ ਕਰਾਉਂਦੇ ਨੇ, ਫੇਸਬੁੱਕ ਤੇ ਪਾਉਂਦੇ ਨੇ। ਉਸ ਤੋਂ ਬਾਅਦ ਉਹ ਬਸ ਫਿਰ ਵਾਪਸ ਉਹ ਅਲੋਪ ਹੋ ਜਾਂਦੇ ਨੇ। ਹੁਣ ਉਹ ਕਹਿੰਦੇ ਸੀ ਕਮਿਸ਼ਨਰ ਸਾਹਿਬ ਨੂੰ ਕਿ ਮੇਰੇ ਤੇ ਪਰਚਾ ਦਰਜ ਕਰ ਦਿਓ। ਮੈਂ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਰਵਨੀਤ ਸਿੰਘ ਬਿੱਟੂ ਜੀ ਤੇ ਜੇ ਪਰਚਾ ਦਰਜ ਕੀਤਾ ਹੈ ਤਾਂ ਕਿਹੜੇ ਥਾਣੇ 'ਚ ਕੀਤਾ, ਉਹਦੀ ਕਿੰਨਾ FIR ਨੰਬਰ ਹੈ? ਉਹ ਸਿਰਫ ਪਬਲਿਸਿਟੀ ਸਟੰਟ ਹੈ। ਰਵਨੀਤ ਸਿੰਘ ਬਿੱਟੂ ਜੀ ਤੇ ਪਰਚਾ ਦਰਜ ਕਿਸ ਗੱਲੋਂ ਤੋਂ ਹੋ ਸਕਦਾ ਜੀ? ਉਹ ਕਿਉਂ ਕਹਿੰਦੇ ਮੇਰੇ ਤੇ ਪਰਚਾ ਦਰਜ ਕਰ ਦਿਓ? ਜੇ ਪਰਚਾ ਦਰਜ ਕਰਨਾ ਹੈ, ਵਿਜੀਲੈਂਸ ਦੀ ਜਾਂਚ ਵੀ ਚੱਲੀ, ਮੈਂ ਅਖਬਾਰਾਂ 'ਚ ਵੀ ਪੜ੍ਹਿਆ, ਕੋਈ ਕਨਕਲੂਜਨ ਨਿਕਲਿਆ? ਕੁਛ ਨਹੀਂ ਨਿਕਲਣਾ। ਸਿਰਫ ਤੇ ਸਿਰਫ ਜਾਣ ਬੁੱਝ ਕੇ ਜਿਹੜੀ ਇਹ ਕਮਿਸ਼ਨਾਂ ਦਾ ਚੱਕਰ ਹੈ ਨਾ, ਹਰ ਇੱਕ ਬੰਦਾ ਕੌਂਸਲਰ ਤੋਂ ਲੈ ਕੇ ਸਭ ਇਨਵੋਲਵ ਹੈ ਕਮਿਸ਼ਨਾਂ ਦੇ ਵਿੱਚ, ਤੇ ਉਹ ਸੜਕ ਦੀ ਜਿਹੜੀ ਕੁਆਲਿਟੀ ਹੈ, ਜਿਹੜਾ ਠੇਕੇਦਾਰ ਹੈ, ਫਿਰ ਉਹ ਘਟਾ ਦਿੰਦਾ ਤਾਂ ਹੀ ਸੜਕਾਂ ਧੱਸਦੀਆਂ। ਸਾਡੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ 2014 ਤੋਂ ਲੁਧਿਆਣੇ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਅੱਜ 2021 ਹੋ ਗਿਆ। ਪਿਛਲੇ ਚੋਣ ਮੈਨੀਫੈਸਟੋ ਦੇ ਵਿੱਚ 2019 ਦੇ ਵਿੱਚ ਉਹਨਾਂ ਨੇ ਕਿਹਾ ਸੀ ਜੀ ਮੈਂ ਬੁੱਢੇ ਨਾਲੇ ਦਾ ਜਿਹੜਾ ਇਹ ਸਮੱਸਿਆ ਹੈ ਉਹਨੂੰ ਹੱਲ ਕਰਾਂਗਾ। ਅੱਜ 2 ਸਾਲ ਹੋ ਗਏ। ਮਾਨਯੋਗ ਰਵਨੀਤ ਸਿੰਘ ਬਿੱਟੂ ਜੀ 650 ਕਰੋੜ ਰੁਪਏ ਦਾ ਜਿਹੜਾ ਰੱਖਿਆ ਹੈ ਬਜਟ, ਉਹ ਅੱਜ ਤੱਕ ਰਵਨੀਤ ਸਿੰਘ ਬਿੱਟੂ ਜੀ ਨੇ ਕਿੰਨੀ ਕੁ ਵਾਰੀ ਲੁਧਿਆਣਾ ਜਿਹੜਾ ਬੁੱਢਾ ਨਾਲਾ ਉਹ ਵਿਜ਼ਿਟ ਕੀਤਾ? ਕੁਛ ਨਹੀਂ ਕਰਦੇ। 2014 ਤੋਂ ਲੈ ਕੇ 21 ਤੱਕ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਮੈਨੂੰ ਇਹ ਦੱਸ ਦੇਣ ਕਿ ਲੁਧਿਆਣੇ ਵਾਸਤੇ ਉਹ ਕਿਹੜਾ ਵੱਡਾ ਪ੍ਰੋਜੈਕਟ ਲੈ ਕੇ ਆਏ ਨੇ ਸੈਂਟਰ ਤੋਂ ਐਜ਼ ਏ MP ਹੋਣ ਦੇ ਨਾਤੇ। ਕੋਈ ਇੱਕ ਪ੍ਰੋਜੈਕਟ ਦੱਸ ਦੇਣ। ਸਿਰਫ ਤੇ ਸਿਰਫ ਉਹ ਕੁਛ ਨਹੀਂ ਕਰਦੇ। ਨਾ ਤਾਂ ਉਹ ਕਰੋਨਾ ਕਾਲ 'ਚ ਨਜ਼ਰ ਆਏ ਆ, ਨਾ ਉਹ ਵਰਕਰਾਂ ਨੂੰ ਮਿਲਦੇ ਆ। ਜਿਹੜਾ ਉਹਨਾਂ ਦਾ ਦਫ਼ਤਰ ਹੈ, ਸਰਕਾਰੀ ਕੋਠੀ ਹੈ, ਉਹਨਾਂ ਦੇ ਉੱਥੇ ਵਰਕਰ ਬੈਠਦੇ ਨੇ, ਉਹ ਪਬਲਿਕ ਨਾਲ ਮੱਥਾ ਮਾਰੀ ਜਾਂਦੇ ਨੇ। ਅੱਧਿਆਂ ਨੂੰ ਤਾਂ ਉਹ ਮਿਲਦੇ ਹੀ ਨਹੀਂ, ਅੱਧਿਆਂ ਨੂੰ ਤਾਂ ਵੈਸੇ ਹੀ ਟਾਲ ਦਿੰਦੇ ਨੇ। ਉਹ ਵਿਚਾਰੇ ਗਰੀਬ ਜਿਹੜੇ ਜਾਂਦੇ ਨੇ, ਕੋਈ ਬਜ਼ੁਰਗ ਪਿੰਡਾਂ ਦੇ, ਉਹ ਉਮੀਦ ਤੇ ਆਸ ਲੈ ਕੇ ਉਸ ਕੋਠੀ ਤੇ ਜਾਂਦੇ ਨੇ ਵੀ ਅਸੀਂ ਉੱਥੇ ਜਾਵਾਂਗੇ, ਸਾਡੀ MP ਸਾਹਿਬ ਸੁਣਵਾਈ ਕਰਨਗੇ। ਉੱਥੇ ਤਾਂ ਸਾਡੀ ਸੁਣਵਾਈ ਨਹੀਂ ਹੁੰਦੀ। ਮੈਂ ਰਵਨੀਤ ਸਿੰਘ ਬਿੱਟੂ ਜੀ ਤੋਂ ਪਹਿਲਾਂ ਤੋਂ ਪੋਲਿਟਿਕਸ ਦੇ ਵਿੱਚ ਹੈ। ਜਦੋਂ ਪੰਜਾਬ ਪ੍ਰਧਾਨ ਬਣੇ ਸੀ ਰਵਨੀਤ ਸਿੰਘ ਬਿੱਟੂ ਜੀ 2011 ਦੇ ਵਿੱਚ, ਜਦੋਂ ਉਹਨਾਂ ਨੇ ਬਨੂੜ ਤੋਂ ਯਾਤਰਾ ਕੱਢੀ ਸੀ, ਮੈਂ ਉਦੋਂ ਨਾਲ ਚੱਲਿਆ ਸੀ ਉੱਥੋਂ ਚੰਡੀਗੜ੍ਹ ਤੋਂ। ਤੇ ਹੁਣ ਤੱਕ ਲੈ ਲਓ 10 ਸਾਲ ਹੋ ਗਏ। ਰਵਨੀਤ ਸਿੰਘ ਬਿੱਟੂ ਜੀ ਨੇ ਸਾਨੂੰ ਨਹੀਂ ਕਦੇ ਪਛਾਣਿਆ, ਸਾਡਾ ਫੋਨ ਨਹੀਂ ਕਦੇ ਚੱਕਿਆ, ਤੇ ਉਹ ਕਿਸੇ ਦਾ ਫੋਨ ਤੱਕ, ਮੈਂ ਤਾਂ ਇੱਥੋਂ ਤੱਕ ਸੁਣਿਆ ਕਿ ਉਹ ਮਿਨਿਸਟਰ ਦਾ ਫੋਨ ਨਹੀਂ ਚੱਕਦੇ, MLA ਦੇ ਨਹੀਂ ਚੱਕਦੇ। ਹੁਣ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਜੀ ਨੂੰ Z+ ਸਿਕਿਉਰਿਟੀ ਮਿਲੀ ਹੈ। ਮੈਂ ਬੜਾ ਹੈਰਾਨ ਤੇ ਪਰੇਸ਼ਾਨ ਹੈ। 1 ਕਰੋੜ ਰੁਪਏ ਦੇ ਵਿੱਚ ਬਿੱਟੂ ਜੀ ਪੈਂਦੇ ਨੇ। 1 ਮਹੀਨੇ ਦਾ 1 ਕਰੋੜ ਦਾ ਖਰਚਾ ਹੈ ਰਵਨੀਤ ਸਿੰਘ ਬਿੱਟੂ ਜੀ ਦਾ। ਮੈਂ ਪੁੱਛਣਾ ਚਾਹੁੰਦਾ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਨੂੰ, ਐਡੀ ਕਿਹੜੀ ਉਹਨਾਂ ਨੂੰ ਮਤਲਬ Z+ ਸਿਕਿਉਰਿਟੀ ਦੀ ਲੋੜ ਪੈ ਗਈ ਜੀ? ਮੀਡੀਆ ਦੇ ਵਿੱਚ ਤਾਂ ਬਿਆਨ ਦੇ ਦਿੰਦੇ ਨੇ ਮੈਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ, ਇਹ ਤਾਂ ਆਪਣੇ ਆਪ ਹੀ ਕਰ ਦਿੰਦੇ। ਜੇ ਤੁਹਾਨੂੰ ਨਹੀਂ ਲੋੜ ਤਾਂ ਫਿਰ ਤੁਸੀਂ ਲਿਖ ਕੇ ਵਾਪਸ ਕਰ ਦਿਓ ਸੈਂਟਰ ਨੂੰ, ਅਮਿਤ ਸ਼ਾਹ ਜੀ ਨੂੰ ਲਿਖ ਦਿਓ, ਹੋਮ ਮਿਨਿਸਟਰੀ ਨੂੰ ਲਿਖ ਦਿਓ ਕਿ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ। 1 ਕਰੋੜ ਰੁਪਏ ਦੇ ਵਿੱਚ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਪੈਂਦੇ ਨੇ ਜੀ। ਕਿਤੇ ਨਾ ਕਿਤੇ ਜੇ ਗੱਲ ਕਰੀਏ, ਤੁਸੀਂ 1 ਕਰੋੜ ਦਾ ਕਹਿ ਰਹੇ ਹੋ ਸਿਕਿਉਰਿਟੀ, ਇਸ ਗੱਲ ਤੇ ਤੁਸੀਂ ਕਿੱਦਾਂ ਸ਼ੋਰ ਹੋ? ਮੈਂ ਦੱਸਦਾ ਕਿਸ ਦਾ ਸ਼ੋਰ ਹੈ। 70 ਤੋਂ 75 ਗਨਮੈਨ ਆਉਂਦੇ ਨੇ ਉਹਨਾਂ ਨੂੰ Z+ ਸਿਕਿਉਰਿਟੀ ਦੇ ਵਿੱਚ। ਜੇ ਉਹਨਾਂ ਦੀ 50,000 ਰੁਪਏ ਐਵਰੇਜ ਵੀ ਆਪਾਂ ਤਨਖਾਹ ਲਾਈਏ, 50,000 ਰੁਪਏ ਵੀ ਐਵਰੇਜ ਤਨਖਾਹ ਲਾਈਏ, ਤੇ ਮੇਰੇ ਹਿਸਾਬ ਨਾਲ ਕੋਈ 60,000 ਵਾਲਾ ਵੀ ਹੋਊਗਾ, ਕੋਈ 70,000 ਵਾਲਾ ਵੀ ਹੋਊਗਾ। ਬਲੈਕ ਕਮਾਂਡੋ ਵੀ ਨੇ, ਉਹ 50 ਲੱਖ ਤੱਕ ਤਾਂ ਤਨਖਾਹ ਹੀ ਪੈ ਗਈ। ਜੇ ਉਹ 75 ਗਨਮੈਨ, ਕਿੰਨੀਆਂ ਗੱਡੀਆਂ ਇਹਨਾਂ ਦੇ ਨਾਲ ਚੱਲਦੀਆਂ MP ਸਾਹਿਬ ਦੇ ਨਾਲ, ਫਿਰ ਇੱਕ ਕੋਠੀ ਇੱਥੇ ਹੈ, ਇੱਕ ਕੋਠੀ ਦਿੱਲੀ ਹੈ, ਇੱਕ ਚੰਡੀਗੜ੍ਹ ਹੈ, 3-4 ਵਰਕਰ ਇਹਨਾਂ ਨੇ ਪ੍ਰਾਈਵੇਟ ਇੱਥੇ ਰੱਖੇ ਹੋਏ ਆ, ਚਾਹ ਪਿਆਉਣ ਵਾਲਾ ਵੱਖਰਾ, ਦੂਜੇ ਇਹਨਾਂ ਦੇ ਅਸਿਸਟੈਂਟ ਵੱਖਰੇ, ਤੇ ਬਾਕੀ ਜਦੋਂ ਚੱਲਦੇ ਨੇ ਤੇ ਜਿਹੜੀਆਂ ਗੱਡੀਆਂ ਦਾ ਪੈਟਰੋਲਿੰਗ ਗੱਡੀਆਂ, ਜੈਮਰ ਵਾਲੀਆਂ ਗੱਡੀਆਂ, ਜੈਮਰ ਵਾਲੀ ਗੱਡੀ ਦੀ ਜਿਹੜੀ ਐਵਰੇਜ ਆ 2 ਤੋਂ 3 ਤੋਂ ਜ਼ਿਆਦਾ ਨਹੀਂ ਹੈ। ਤਾਂ ਜੇ ਤੁਸੀਂ ਕੈਲਕੂਲੇਸ਼ਨ ਕਰਨ ਤੇ ਆ ਜਾਓਗੇ ਤੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਦਾ ਜਿਹੜਾ ਖਰਚਾ ਹੈ ਉਹ 1 ਕਰੋੜ ਰੁਪਏ 'ਚ ਪੈਂਦਾ। ਤੇ ਮਾਨਯੋਗ ਰਵਨੀਤ ਸਿੰਘ ਬਿੱਟੂ ਜੀ ਤੇ ਮੈਂ ਚੰਨੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਕਿ VVIP ਕਲਚਰ ਜਿਹੜਾ ਹੈ ਨਾ ਉਹਨੂੰ ਛੱਡ ਕੇ, ਜਿਹੜਾ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਹੈ ਉਹ ਸਾਡੇ ਲੀਡਰਾਂ ਕਰਕੇ ਹੀ ਹੈ ਕਿ ਮਾੜਾ ਮੋਟਾ ਵੀ ਕਿਤੇ ਜਾਂਦੇ ਨੇ ਜਾਂ ਕਿਤੇ ਵਾਸ਼ਰੂਮ ਵੀ ਜਾਂਦੇ ਨੇ ਤਾਂ ਵੀ 10-10 ਗੱਡੀਆਂ ਲੈ ਕੇ ਜਾਂਦੇ ਨੇ। ਇਹ ਕਾਹਦੇ ਵਾਸਤੇ? ਇਹ ਕਲਚਰ ਜਿਹੜਾ ਹੈ ਇਹਨੂੰ ਖਤਮ ਕੀਤਾ ਜਾਵੇ। ਮੈਂ ਪਿੱਛੇ ਇੱਕ ਵੀਡੀਓ ਦੇਖੀ ਸੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ, ਉਹਦੇ ਨਾਲ ਸਿਰਫ 2 ਸਿੰਪਲ ਬੋਡੀਗਾਰਡ ਸੀਗੇ, ਸਿੰਪਲ ਬੋਡੀਗਾਰਡ, ਤੇ ਉਹ ਪਾਰਕ ਦੇ ਵਿੱਚ ਬੈਠਾ ਰੋਟੀ ਖਾ ਰਿਹਾ ਸੀ ਸਿੰਪਲ। ਇੱਥੇ ਸਾਡੇ ਮਾਨਯੋਗ MP ਸਾਹਿਬ ਵੀ ਬਲੈਕ ਕਮਾਂਡੋ ਤੋਂ ਘੱਟ ਤੇ Z+ ਸਿਕਿਉਰਿਟੀ ਤੋਂ ਘੱਟ ਚੱਲਦੇ ਨਹੀਂ, ਤੇ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਪੰਜਾਬ ਤੇ ਉਹ VVIP ਕਲਚਰ ਕਰਕੇ ਹੀ ਹੈ। ਤਾਂ ਮੇਰਾ ਇਹੀ ਬੇਨਤੀ ਹੈ ਚੰਨੀ ਸਾਹਿਬ ਨੂੰ, ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜਿਹੜੀ ਸਿਕਿਉਰਿਟੀ ਘੱਟ ਕੀਤੀ ਹੈ ਉਸੇ ਤਰ੍ਹਾਂ ਹੀ ਬਾਕੀ ਲੀਡਰਾਂ ਦੀ ਵੀ ਸਿਕਿਉਰਿਟੀ ਨੂੰ ਘੱਟ ਕਰਨ ਜੀ।
ਕਿਤੇ ਨਾ ਕਿਤੇ ਜੇ ਗੱਲ ਕਰੀਏ ਤੁਹਾਡੇ ਏਰੀਆ ਦੇ ਰਾਜੀਵ ਗਾਂਧੀ ਪਾਰਕ ਦੀ ਗੱਲ ਕਰੀਏ ਤੇ ਉਹਦੇ ਵਿੱਚ ਮੇਨਟੇਨੈਂਸ ਤੇ ਵੀ ਤੁਸੀਂ ਪਹਿਲਾਂ ਮੁੱਦਾ ਚੱਕਿਆ ਸੀਗਾ ਕਿ ਉਹਦੀ ਜਿਹੜੀ ਮੇਨਟੇਨੈਂਸ ਵੱਲ ਧਿਆਨ ਦਿੱਤਾ ਗਿਆ ਕਿਸੇ ਵੱਲੋਂ? ਦੇਖੋ ਜੀ, ਮੈਂ ਪਾਰਕ ਬਣਾਉਣਾ ਸੀ, ਬਣਾਤਾ। ਮਾਨਯੋਗ ਚੰਨੀ ਸਾਹਿਬ ਨੂੰ ਮੈਂ ਹੁਣ ਵੀ ਵਰਕਰ ਮਿਲਣੀ 'ਚ ਮਿਲਣ ਗਿਆ ਸੀ, ਪਰ ਉਹਨਾਂ ਨਾਲ ਮੇਰਾ ਮੇਲ ਨਹੀਂ ਹੋ ਸਕਿਆ। ਦੂਜੇ ਪਾਸੇ ਜਿਹੜੀ ਮੇਨਟੇਨੈਂਸ ਦੀ ਗੱਲ ਕਰਦੇ ਹੋ, ਇੱਕ ਗਰੀਬ ਵਰਕਰ ਉੱਥੇ ਸਫਾਈ ਵਾਲਾ ਪਿਛਲੇ 5 ਮਹੀਨੇ ਤੋਂ ਬਿਨਾਂ ਪੈਸਿਆਂ ਤੋਂ ਜੌਬ ਕਰ ਰਿਹਾ। ਮੈਂ ਮਾਨਯੋਗ ਮੇਅਰ ਸਾਹਿਬ ਨੂੰ 4 ਵਾਰੀ ਉਹਦੇ ਕਾਗਜ਼ ਦੇਤੇ ਨੇ। ਮਾਨਯੋਗ ਮੇਅਰ ਸਾਹਿਬ ਨੇ ਉਸ ਬੰਦੇ ਨੂੰ ਉੱਥੇ ਰეკਮੈਂਡ ਵੀ ਕਰਤਾ ਹੈ ਜੌਬ ਵਾਸਤੇ, ਪਰ ਅੱਜ ਤੱਕ ਉਹਦੇ ਅਕਾਊਂਟ 'ਚ ਤਨਖਾਹ ਨਹੀਂ ਆਈ। ਮਾਨਯੋਗ ਮੇਅਰ ਸਾਹਿਬ ਨੂੰ ਮੈਂ ਬੜੀ ਵਾਰੀ ਮਿੰਨਤਾਂ ਤਰਲੇ ਕਰ ਲਏ, ਉਹ ਗਰੀਬ ਬੰਦਾ ਵੀ ਇੰਨੀ ਵਾਰੀ ਜਾ ਕੇ ਮਿਲਿਆ ਆ। ਮੇਅਰ ਸਾਹਿਬ ਹਰ ਵਾਰੀ ਉਹਨੂੰ ਇਹੀ ਕਹਿ ਕੇ ਭੇਜ ਦਿੰਦੇ ਨੇ ਕਿ ਇਸ ਵਾਰੀ ਤੇਰਾ ਕੰਮ ਹੋ ਜਾਊਗਾ। ਦੱਸੋ, ਇੱਕ ਗਰੀਬ ਬੰਦਾ ਜਿਹੜਾ ਪਿਛਲੇ 5 ਮਹੀਨੇ ਤੋਂ ਉਸ ਪਾਰਕ ਦਾ ਰੱਖ ਰਖਾਵ ਕਰ ਰਿਹਾ, ਉਹਦਾ ਕੀ ਕਸੂਰ ਹੈ? ਉਸ ਗਰੀਬ ਨੂੰ 8000 ਜਾਂ 9000 ਤੇ ਤੁਸੀਂ ਯੈਸ ਕਰਕੇ ਗਏ ਹੋ, ਪਰ ਅੱਜ ਤੱਕ ਉਸ ਵਰਕਰ ਦੀ ਤਨਖਾਹ ਨਹੀਂ ਉਹਦੇ ਖਾਤੇ 'ਚ ਪਾਈ। ਸਿਰਫ ਆਪਣੇ ਚਹੇਤਿਆਂ ਤੱਕ ਹੀ ਆਪਣੀਆਂ ਤੁਸੀਂ ਉਹਨਾਂ ਨੂੰ ਕਾਰਪੋਰੇਸ਼ਨਾਂ 'ਚ ਨੌਕਰੀਆਂ ਦੇ ਰਹੇ ਹੋ। ਇੱਕ ਗਰੀਬ ਜਿਹੜਾ ਨਿਸਵਾਰਥ ਉਮੀਦ ਤੇ ਬੈਠਾ ਹੈ ਕਿ ਅੱਜ ਸ਼ਾਇਦ ਮੇਰੇ ਅਕਾਊਂਟ 'ਚ ਤਨਖਾਹ ਆ ਜਾਏਗੀ, ਉਹ ਮੈਨੂੰ ਬਾਰ-ਬਾਰ ਫੋਨ ਕਰਦਾ। ਹੁਣ ਮਾਨਯੋਗ ਮੇਅਰ ਸਾਹਿਬ ਮੇਰਾ ਫੋਨ ਵੀ ਨਹੀਂ ਚੱਕਦੇ। ਅੱਗੇ ਮੇਰਾ ਫੋਨ ਚੱਕਦੇ ਸੀ, ਕਿਉਂਕਿ ਮੈਂ ਉਹ ਵਰਕਰ ਦੀ ਗੱਲ ਕਰ ਰਿਹਾ। ਮੈਂ ਤਾਂ ਆਪਣੇ ਲਈ ਕੁਝ ਮੰਗਦਾ ਹੀ ਨਹੀਂ। ਉਹ ਗਰੀਬ ਬੰਦਾ ਜਿਹੜਾ ਦਿਹਾੜੀ ਵਾਲਾ 5 ਮਹੀਨੇ ਤੋਂ ਫ੍ਰੀ ਸੇਵਾ ਕਰ ਰਿਹਾ, ਕਮ ਸੇ ਕਮ ਉਹਦੀ ਤਾਂ ਗੱਲ ਸੁਣ ਲਓ ਯਾਰ। ਜੀ, ਕਿਤੇ ਨਾ ਕਿਤੇ ਜੇ ਗੱਲ ਕਰੀਏ, ਕਾਂਗਰਸ ਦੇ ਵਿੱਚ ਹੋਰ ਵੀ ਸੀਨੀਅਰ ਆਗੂ, ਹੋਰ ਵੀ ਵਰਕਰ ਨੇ, ਪਰ ਰਾਜੀਵ ਗੁਗਲਾਨੀ ਹੀ ਕਿਉਂ ਮੁੱਦਾ ਚੱਕਦਾ ਹੈ? ਦੇਖੋ ਜੀ, ਬਾਕੀ ਸਾਡੇ ਜਿੰਨੇ ਵੀ ਭਰਾ ਬੰਧੂ ਨੇ, ਵਰਕਰ ਨੇ, ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ। ਉਹ ਲੋਕ ਦੀ ਕੀ ਮਜਬੂਰੀ ਹੈ, ਕੀ ਉਹਨਾਂ ਨੂੰ ਡਰ ਹੈ? ਮੈਂ ਨਾ ਡਰਦਾ, ਨਾ ਮੈਨੂੰ ਕੋਈ ਭੈ ਹੈ, ਨਾ ਮੇਰੀ ਕੋਈ ਮਜਬੂਰੀ ਹੈ। ਮੈਂ ਸੱਚ ਦੀ ਗੱਲ ਕਹਿਣੋਂ ਨਹੀਂ ਹਟਣਾ, ਸੱਚ ਮੈਂ ਕਹਿ ਕੇ ਰਹਿਣਾ ਔਰ ਕਾਂਗਰਸ 'ਚ ਹੀ ਰਹਿਣਾ। ਅੱਜ ਮੇਰੇ ਕੋਲੇ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਆ ਰਹੇ ਨੇ। ਉਹਨਾਂ ਨੂੰ ਪਤਾ ਹੈ ਕਿ ਮੇਰੀ ਨਾਰਾਜ਼ਗੀ ਕਾਂਗਰਸ ਪਾਰਟੀ ਨਾਲ ਹੈ ਔਰ ਲੁਧਿਆਣੇ ਦੇ ਵਿੱਚ ਰਾਜੀਵ ਗਾਂਧੀ ਪਾਰਕ ਬਣਾਉਣ ਵਾਲਾ ਮੈਂ ਉਹਦੇ ਲਈ ਇੰਨੀ ਲੰਬੀ ਜਦੋਜਹਿਦ ਕੀਤੀ, ਸੋਨੀਆ ਗਾਂਧੀ ਤੱਕ ਅਪਰੋਚ ਕੀਤੀ। ਹੁਣ ਮੈਂ ਮਾਨਯੋਗ ਸ਼੍ਰੀ ਕਿਸ਼ੋਰੀ ਲਾਲ ਸ਼ਰਮਾ ਜੀ ਨੂੰ ਵੀ ਮੈਂ ਮਿਲਿਆ, ਉਹਨਾਂ ਨੂੰ ਵੀ ਮੈਂ ਮੁੱਦਾ ਦੱਸਿਆ। ਪਰ ਹੁਣ ਗੱਲ ਇਹ ਹੈ ਵੀ ਸਾਡੇ ਹੀ ਲੀਡਰ, ਸਾਡੇ ਹੀ ਲੋਕਲ ਜਿਹੜੇ ਕਾਂਗਰਸ ਦਾ ਖਾ ਰਹੇ ਨੇ, ਕਾਂਗਰਸ ਦੇ ਨਾਮ ਤੇ ਰੋਟੀਆਂ ਸੇਕ ਰਹੇ ਨੇ, ਪਰ ਉਹੀ ਸਾਡੇ ਕਾਂਗਰਸ ਰਾਜੀਵ ਗਾਂਧੀ ਪਾਰਕ ਦਾ ਮੂਰਤ ਨਹੀਂ ਹੁੰਦੇ। ਸੋ ਇਹ ਸੀ ਰਾਜੀਵ ਗੁਗਲਾਨੀ ਦਾ ਕਹਿਣਾ ਕਿ ਇੱਕ ਸੀਨੀਅਰ ਵਰਕਰ ਹੋਣ ਦੇ ਨਾਤੇ 20 ਸਾਲ ਹੋ ਚੁੱਕੇ ਮੈਨੂੰ ਕਾਂਗਰਸ ਦੇ ਵਿੱਚ ਕੰਮ ਕਰਦੇ, ਬਟ ਮੇਰੀ ਜਿਹੜੀ ਹੈ ਉਹ ਵਰਕਰ ਮਿਲਣੀ ਦੇ ਵਿੱਚ ਸੀਐਮ ਸਾਹਿਬ ਦੇ ਨਾਲ ਮਿਲਣੀ ਨਹੀਂ ਹੋ ਪਾਈ। ਕਿਤੇ ਨਾ ਕਿਤੇ ਜਿਹੜਾ ਉਹ ਵਰਕਰ ਮਿਲਣੀ ਕੀਤੀ ਗਈ ਸੀਗੀ, ਉਸ ਦੇ ਵਿੱਚ ਮੋਸਟਲੀ ਇੱਕ ਤਰ੍ਹਾਂ ਦਾ ਜਾਂ ਤਾਂ ਉਹ ਇੱਕ ਇਕੱਠ ਕੀਤਾ ਗਿਆ ਵਾ, ਇੱਕ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਵਾ, ਉਹਨਾਂ ਦਾ ਕਹਿਣਾ ਇਹ ਹੈ। ਸੋ ਤੁਸੀਂ ਵੀ ਆਪਣੀ ਜਿਹੜੀ ਰਾਏ ਹੈ ਕਮੈਂਟ ਬਾਕਸ ਵਿੱਚ ਕਰਕੇ ਜ਼ਰੂਰ ਦੱਸਿਓ। ਸੋ ਇਦਾਂ ਦੀਆਂ ਹੋਰ ਅਪਡੇਟਸ ਤੁਸੀਂ ਜੁੜੇ ਰਹੋ ਜਨਹਿਤੈਸ਼ੀ ਦੇ ਨਾਲ। ਮੈਂ ਅੰਕਿਤ ਵਰਮਾ, ਕੈਮਰਾਮੈਨ ਪ੍ਰਿੰਸ ਦੇ ਨਾਲ।